ਪੁੱਤ ਇਹ ਕਿੱਥੇ ਲੈ ਆਏ ਹੋ ਤੁਸੀਂ ਦੋਨੋਂ ਮੈਨੂੰ? ਇਹ ਤਾਂ ਬਿਰਧ ਆਸ਼ਰਮ ਹੈ। ਤੂੰ ਤਾਂ ਕਹਿ ਰਿਹਾ ਸੀ ਕਿ ਚਾਚਾ ਜੀ ਯਾਦ ਕਰ ਰਹੇ ਹਨ ਬਹੁਤ ਦਿਨਾਂ ਤੋਂ ਮੈਨੂੰ, ਇਸ ਲਈ ਥੋੜ੍ਹੇ ਦਿਨ ਮੈਨੂੰ ਮੇਰੇ ਭਾਈ ਦੇ ਇੱਥੇ ਛੱਡਣ ਜਾ ਰਹੇ ਹੋ। ਫਿਰ ਗੱਡੀ ਇੱਥੇ ਕਿਉਂ ਰੋਕ ਦਿੱਤੀ ਤੂੰ? ਅਸ਼ੋਕ ਜੀ ਨੇ ਬਿਰਧ ਆਸ਼ਰਮ ਦੇਖ ਕੇ ਆਪਣੇ ਪੁੱਤ ਰਾਜੀਵ ਤੋਂ ਪੁੱਛਿਆ। ਰਾਜੀਵ ਬੋਲਿਆ, ਪਾਪਾ ਮੈਂ ਤੁਹਾਨੂੰ ਬਿਰਧ ਆਸ਼ਰਮ ਹੀ ਛੱਡਣ ਆਇਆ ਹਾਂ। ਤੁਹਾਡਾ ਕੋਈ ਭਾਈ ਤੁਹਾਨੂੰ ਯਾਦ ਨਹੀਂ ਕਰ ਰਿਹਾ ਹੈ। ਜੇਕਰ ਕੱਲ੍ਹ ਤੁਹਾਨੂੰ ਦੱਸ ਦਿੰਦਾ ਕਿ ਤੁਹਾਨੂੰ ਬਿਰਧ ਆਸ਼ਰਮ ਚੱਲਣਾ ਹੈ ਮੇਰੇ ਨਾਲ, ਤਾਂ ਸ਼ਾਇਦ ਤੁਸੀਂ ਆਉਣੇ ਦੇ ਲਈ ਤਿਆਰ ਨਾ ਹੁੰਦੇ। ਇਸ ਲਈ ਤੁਹਾਨੂੰ ਬਿਨਾਂ ਦੱਸੇ ਮੈਨੂੰ ਇਹ ਕਦਮ ਚੁੱਕਣਾ ਪਿਆ। ਕਾਰ ਦੀ ਅੱਗੇ ਦੀ ਸੀਟ ਪਰ ਰਾਜੀਵ ਦੇ ਕੋਲ ਬੈਠੀ ਰਾਜੀਵ ਦੀ ਪਤਨੀ ਰੋਮਾ ਬੋਲੀ, ਪਾਪਾ ਜੀ ਟਾਈਮ ਵੇਸਟ ਨਾ ਕਰੋ ਅਤੇ ਕਾਰ ਤੋਂ ਜਲਦੀ ਉਤਰ ਜਾਓ। ਸਾਨੂੰ ਤੁਹਾਨੂੰ ਛੱਡ ਕੇ ਪਾਰਟੀ ਵਿੱਚ ਜਾਣਾ ਹੈ। ਸਾਡੇ ਦੋਸਤ ਸਾਡਾ ਇੰਤਜ਼ਾਰ ਕਰ ਰਹੇ ਹੋਣਗੇ। ਪਹਿਲਾਂ ਤੋਂ ਤੁਸੀਂ ਸਾਡਾ ਬਹੁਤ ਟਾਈਮ ਵੇਸਟ ਕਰ ਦਿੱਤਾ ਹੈ। ਪਹਿਲਾਂ ਤੁਹਾਨੂੰ ਆਪਣੇ ਕੱਪੜੇ ਨਹੀਂ ਮਿਲ ਰਹੇ ਸੀ, ਫਿਰ ਤੁਹਾਨੂੰ ਆਪਣਾ ਬੁਰਸ਼ ਯਾਦ ਆਇਆ ਅਤੇ ਨਿਕਲਦੇ ਸਮੇਂ ਮੰਮੀ ਜੀ ਦੀ ਫੋਟੋ ਯਾਦ ਆਈ। ਇੱਕ ਸਮਾਨ ਯਾਦ ਕਰਨੇ ਅਤੇ ਲੈਣੇ ਵਿੱਚ ਤੁਸੀਂ ਸਾਨੂੰ ਬਹੁਤ ਦੇਰ ਕਰਵਾ ਦਿੱਤੀ ਹੈ। ਅਸ਼ੋਕ ਜੀ ਗੱਡੀ ਵਿੱਚ ਬੈਠੇ ਬੇਨਤੀ ਕਰਦੇ ਹੋਏ ਬੋਲੇ, ਇਹ ਤੁਸੀਂ ਲੋਕ ਮੇਰੇ ਨਾਲ ਚੰਗਾ ਨਹੀਂ ਕਰ ਰਹੇ ਹੋ। ਮੈਨੂੰ ਮੇਰੇ ਭਾਈ ਦਾ ਨਾਮ ਲੈ ਕੇ ਬਿਰਧ ਆਸ਼ਰਮ ਛੱਡ ਕੇ ਜਾ ਰਹੇ ਹੋ। ਰਾਜੀਵ ਕਿਆ ਨਹੀਂ ਕੀਤਾ ਮੈਂ ਤੇਰੇ ਲਈ? ਬਚਪਨ ਵਿੱਚ ਜੋ ਤੂੰ ਮੰਗਿਆ ਉਹ ਦਿੱਤਾ। ਆਪਣੀ ਪਾਈ ਜੋੜ ਕੇ ਤੇਰੇ ਭਵਿੱਖ ਦੇ ਲਈ ਬਚਾਇਆ ਅਤੇ ਤੂੰ ਮੇਰਾ ਸਗਾ ਪੁੱਤ ਹੋ ਕੇ ਮੈਨੂੰ ਇੱਥੇ ਛੱਡਣ ਆਇਆ ਹੈ। ਰਾਜੀਵ ਬੋਲਿਆ, ਪਾਪਾ ਵੈਸੇ ਵੀ ਕਿਆ ਕਰ ਦਿੱਤਾ ਹੈ ਤੁਸੀਂ ਮੇਰੇ ਲਈ? ਪੜ੍ਹਾ ਲਿਖਾ ਕੇ ਵੱਡਾ ਕਰਨਾ ਹਰ ਮਾਂ-ਬਾਪ ਦਾ ਫਰਜ਼ ਹੁੰਦਾ ਹੈ। ਹੁਣ ਇਸ ਉਮਰ ਵਿੱਚ ਤੁਹਾਡੇ ਲਈ ਇਹੀ ਸਹੀ ਜਗ੍ਹਾ ਹੈ। ਫਿਕਰ ਨਾ ਕਰੋ, ਥੋੜ੍ਹੇ ਦਿਨਾਂ ਵਿੱਚ ਇੱਥੇ ਤੁਹਾਡੇ ਦੋਸਤ ਬਣ ਜਾਣਗੇ। ਫਿਰ ਤੁਹਾਡਾ ਇੱਥੇ ਮਨ ਲੱਗ ਜਾਵੇਗਾ। ਬਿਰਧ ਆਸ਼ਰਮ ਹੀ ਤੁਹਾਡੇ ਜੈਸੇ ਬੁੱਢਿਆਂ ਦੇ ਲਈ ਸਹੀ ਜਗ੍ਹਾ ਹੈ। ਅਸ਼ੋਕ ਜੀ ਬੋਲੇ, ਮੈਨੂੰ ਨਹੀਂ ਚਾਹੀਦੇ ਪੁੱਤ ਦੋਸਤ-ਵੋਸਤ, ਮੈਨੂੰ ਬਸ ਮੇਰੇ ਬੱਚਿਆਂ ਦੇ ਨਾਲ ਰਹਿਣਾ ਹੈ। ਮੈਨੂੰ ਤਾਂ ਮੇਰੇ ਘਰ ਰਹਿਣਾ ਹੈ। ਮੈਨੂੰ ਘਰ ਵਾਪਿਸ ਲੈ ਚੱਲ ਪੁੱਤ। ਰੋਮਾ ਬੋਲੀ, ਪਾਪਾ ਜੀ ਕਿਹੜਾ ਘਰ? ਹੁਣ ਉਹ ਤੁਹਾਡਾ ਘਰ ਨਹੀਂ ਹੈ, ਸਮਝੇ? ਹੁਣ ਉਹ ਸਾਡਾ ਘਰ ਹੈ। ਤੁਸੀਂ ਇੱਥੇ ਆਰਾਮ ਨਾਲ ਰਹੋ ਅਤੇ ਸਾਨੂੰ ਉੱਥੇ ਆਰਾਮ ਨਾਲ ਰਹਿਣ ਦੇਵੋ, ਤਾਂ ਕਿ ਅਸੀਂ ਆਪਣੇ ਘਰ ਵਿੱਚ ਵੀ ਦੋਸਤਾਂ ਨੂੰ ਬੁਲਾ ਕੇ ਪਾਰਟੀਆਂ ਕਰ ਸਕੀਏ। ਵੈਸੇ ਵੀ ਤੁਹਾਨੂੰ ਤਾਂ ਇਹ ਪਾਰਟੀਆਂ ਵਗੈਰਾ ਪਸੰਦ ਨਹੀਂ, ਇਸ ਲਈ ਤੁਹਾਡੇ ਲਈ ਇਹੀ ਜਗ੍ਹਾ ਹੈ। ਰਾਜੀਵ ਵੀ ਰੋਮਾ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਬੋਲਿਆ, ਹਾਂ ਪਾਪਾ, ਸਾਡੇ ਘਰ ਵਿੱਚ ਵੀ ਹੁਣ ਤੋਂ ਜ਼ਿਆਦਾਤਰ ਪਾਰਟੀਆਂ ਹੋਣਗੀ ਅਤੇ ਸਾਨੂੰ ਉਸ ਵਿੱਚ ਕੋਈ ਰੁਕਾਵਟ ਨਹੀਂ ਚਾਹੀਦੀ। ਇਸ ਲਈ ਬਿਹਤਰ ਹੈ ਤੁਸੀਂ ਇੱਥੇ ਰਹੋ। ਅਸ਼ੋਕ ਜੀ ਬੋਲੇ, ਕਿਆ ਇਸ ਦਿਨ ਦੇ ਲਈ ਮਾਂ-ਬਾਪ ਔਲਾਦ ਨੂੰ ਇੰਨਾ ਵੱਡਾ ਕਰਦੇ ਹਨ? ਰਾਜੀਵ ਨੇ ਕਾਰ ਤੋਂ ਉਤਰ ਕੇ ਪਿੱਛੇ ਵਾਲੀ ਡਿੱਗੀ ਖੋਲ੍ਹੀ ਅਤੇ ਪਾਪਾ ਦਾ ਸਮਾਨ ਕੱਢ ਕੇ ਨੀਚੇ ਸੁੱਟ ਦਿੱਤਾ ਅਤੇ ਦੋਵੇਂ ਹੱਥ ਜੋੜ ਕੇ ਬੋਲਿਆ, ਤੁਸੀਂ ਜਾਓ ਅੰਦਰ ਤਾਂ ਕਿ ਅਸੀਂ ਵੀ ਇੱਥੇ ਤੋਂ ਜਲਦੀ ਜਾ ਸਕੀਏ। ਰੋਮਾ ਬੋਲੀ, ਹੋਰ ਕਿੰਨਾ ਟਾਈਮ ਵੇਸਟ ਕਰੋਗੇ? ਸਾਡਾ ਪਤਾ ਨਹੀਂ। ਅਸ਼ੋਕ ਜੀ ਪੁੱਤ ਨੂੰ ਦਾ ਐਸਾ ਵਿਵਹਾਰ ਦੇਖ ਕੇ ਹੈਰਾਨ ਰਹਿ ਗਏ ਅਤੇ ਚੁੱਪਚਾਪ ਕਾਰ ਤੋਂ ਉਤਰ ਗਏ। ਜਿਵੇਂ ਹੀ ਉਹ ਕਾਰ ਤੋਂ ਉਤਰੇ, ਰਾਜੀਵ ਨੇ ਝਟਕੇ ਨਾਲ ਆਪਣੀ ਗੱਡੀ ਘੁਮਾਈ ਅਤੇ ਉੱਥੇ ਤੋਂ ਚਲਾ ਗਿਆ। ਰੋਮਾ ਬੋਲੀ, ਚੰਗਾ ਹੋਇਆ ਹਮੇਸ਼ਾ ਦੇ ਲਈ ਬਲਾ ਟਲੀ। ਅਸ਼ੋਕ ਜੀ ਨੇ ਆਪਣਾ ਨੀਚੇ ਪਿਆ ਸਮਾਨ ਚੁੱਕਿਆ ਅਤੇ ਗਿੱਲੀਆਂ ਪਲਕਾਂ ਲਈ ਬਿਰਧ ਆਸ਼ਰਮ ਦੇ ਅੰਦਰ ਚੱਲ ਪਏ।
ਅੰਦਰ ਤੋਂ ਇੱਕ ਸਹਿਕਰਮੀ ਆਇਆ ਅਤੇ ਉਸਨੇ ਅਸ਼ੋਕ ਜੀ ਦੇ ਹੱਥ ਤੋਂ ਸਮਾਨ ਲੈ ਲਿਆ। ਸਹਿਕਰਮੀ ਤੋਂ ਅਸ਼ੋਕ ਜੀ ਦੇ ਹੰਝੂ ਲੁਕ ਨਾ ਸਕੇ। ਉਹ ਬੋਲਿਆ, ਬਾਬੂ ਜੀ ਰੋਵੋ ਨਾ, ਇੱਥੇ ਤੁਹਾਡੇ ਜੈਸੇ ਹਜ਼ਾਰਾਂ ਬਜ਼ੁਰਗ ਹਨ ਜਿਨ੍ਹਾਂ ਦੇ ਆਪਣੇ ਪੁੱਤ ਨੂੰ ਨੇ ਉਹਨਾਂ ਨੂੰ ਆਪਣੇ ਹੀ ਘਰ ਤੋਂ ਬੇਦਖਲ ਕਰ ਦਿੱਤਾ ਹੈ। ਜਦ ਇਹ ਬਿਰਧ ਆਸ਼ਰਮ ਇੰਨੇ ਬਜ਼ੁਰਗਾਂ ਦਾ ਭਾਰ ਚੁੱਕ ਰਿਹਾ ਹੈ ਤਾਂ ਤੁਹਾਡਾ ਵੀ ਚੁੱਕ ਹੀ ਲਵੇਗਾ। ਅਸ਼ੋਕ ਜੀ ਨੇ ਪੁੱਛਿਆ, ਬੇਟਾ ਤੇਰਾ ਨਾਮ ਕਿਆ ਹੈ ਅਤੇ ਕਿੰਨੇ ਸਾਲਾਂ ਤੋਂ ਇਹ ਕੰਮ ਕਰ ਰਹੇ ਹੋ? ਸਹਿਕਰਮੀ ਬੋਲਿਆ, ਮੇਰਾ ਨਾਮ ਰਾਘਵ ਹੈ ਬਾਬੂ ਜੀ ਅਤੇ ਮੈਂ 5 ਸਾਲਾਂ ਤੋਂ ਇੱਥੇ ਸਾਰਿਆਂ ਦੀ ਸੇਵਾ ਕਰ ਰਿਹਾ ਹਾਂ। ਸੱਚ ਕਹਾਂ ਤਾਂ ਸਾਰਿਆਂ ਨੂੰ ਇੱਥੇ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਅਤੇ ਮੈਨੂੰ ਇਹ ਗੱਲ ਸੋਚਣੇ ਨੂੰ ਮਜਬੂਰ ਕਰ ਦਿੰਦੀ ਹੈ ਕਿ ਕਿਵੇਂ ਕੋਈ ਆਪਣੇ ਹੀ ਮਾਂ-ਬਾਪ ਨੂੰ ਬਿਰਧ ਆਸ਼ਰਮ ਛੱਡ ਸਕਦਾ ਹੈ। ਵੈਸੇ ਬਾਬੂ ਜੀ ਤੁਸੀਂ ਮੈਨੂੰ ਆਪਣਾ ਹੀ ਸਮਝਣਾ ਅਤੇ ਕੋਈ ਵੀ ਕੰਮ ਹੋ ਤਾਂ ਮੈਨੂੰ ਆਵਾਜ਼ ਦੇਣਾ। ਰਾਘਵ ਅਸ਼ੋਕ ਜੀ ਨੂੰ ਉਹਨਾਂ ਦਾ ਕਮਰਾ ਦਿਖਾਉਂਦੇ ਹੋਏ ਬੋਲਿਆ, ਵੈਸੇ ਤੁਹਾਡੇ ਨਾਲ ਐਸਾ ਕਿਆ ਹੋਇਆ ਬਾਬੂ ਜੀ ਕਿ ਤੁਸੀਂ ਇੱਥੇ ਪਹੁੰਚੇ? ਅਸ਼ੋਕ ਜੀ ਕਮਰੇ ਦੇ ਬਿਸਤਰ ਪਰ ਬੈਠ ਕੇ ਰੋ ਪਏ ਅਤੇ ਬੋਲੇ, ਰਾਘਵ ਮੇਰੀ ਪਤਨੀ ਦੀ ਮੌਤ ਹੋਏ 2 ਸਾਲ ਹੋ ਚੁੱਕੇ ਹਨ। ਸ਼ਾਰਦਾ ਦੀ ਮੌਤ ਦੇ ਬਾਅਦ ਮੈਂ ਜ਼ਿਆਦਾ ਬਿਮਾਰ ਰਹਿਣ ਲੱਗਾ। ਮੇਰੇ ਤੋਂ 2 ਰੋਟੀ ਵੀ ਨਾ ਖਾਈ ਜਾਂਦੀ ਸੀ। ਇੱਕ ਦਿਨ ਨੂੰ ਰੋਮਾ ਨੂੰ ਮੈਂ ਬੋਲਿਆ, ਬੇਟਾ ਮੇਰੇ ਤੋਂ ਇਹ ਰੋਟੀ ਸਬਜ਼ੀ ਨਹੀਂ ਖਾਈ ਜਾਂਦੀ ਹੈ। ਹੋ ਸਕੇ ਤਾਂ ਮੇਰੇ ਲਈ ਅਲੱਗ ਤੋਂ ਖਿਚੜੀ ਜਾਂ ਦਲੀਆ ਬਣਾ ਲਓ। ਬਸ ਮੇਰੇ ਇੰਨਾ ਕਹਿੰਦੇ ਹੀ ਨੂੰ ਮੇਰੇ ਪਰ ਭੜਕ ਪਈ। ਕਹਿਣ ਲੱਗੀ, ਤੁਹਾਨੂੰ ਤਾਂ ਘਰ ਬੈਠੇ ਫਰਮਾਇਸ਼ਾਂ ਸੁੱਝ ਰਹੀ ਹਨ, ਕਦੀ ਇਹ ਬਣਾ ਦਿਓ ਕਦੀ ਉਹ ਬਣਾ ਦਿਓ। ਮੈਂ ਕਿਹਾ, ਤੁਹਾਡੀ ਨੌਕਰਾਨੀ ਹਾਂ। ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲਓ। ਹੁਣ ਤੁਹਾਡੀ ਪਤਨੀ ਤਾਂ ਦੁਨੀਆ ਵਿੱਚ ਰਹੀ ਨਹੀਂ ਜੋ ਤੁਹਾਡੀ ਫਰਮਾਇਸ਼ਾਂ ਪੂਰੀ ਕਰਦੀ ਸੀ ਅਤੇ ਮੇਰੇ ਪਰ ਜ਼ੋਰ ਜ਼ਬਰਦਸਤੀ ਨਹੀਂ ਚੱਲੇਗੀ। ਪੁੱਤ ਰਾਜੀਵ ਵੀ ਉਸ ਦਿਨ ਰੋਮਾ ਨੂੰ ਬੋਲਿਆ, ਰੋਮਾ ਬਣਾ ਦਿਓ ਨਾ ਖਿਚੜੀ ਬਣਾਉਣੇ ਵਿੱਚ ਭਲਾ ਕਿੰਨਾ ਹੀ ਸਮੇਂ ਲੱਗ ਜਾਵੇਗਾ। ਰੋਮਾ ਬੋਲੀ, ਰਾਜੀਵ ਤੇਰੇ ਪਾਪਾ ਦੇ ਲਈ ਮੇਰੇ ਤੋਂ ਅਲੱਗ ਤੋਂ ਕੁਝ ਨਹੀਂ ਬਣ ਪਾਵੇਗਾ। ਜੋ ਵੀ ਹੈ ਇਹੀ ਖਾਣਾ ਪਵੇਗਾ। ਵੈਸੇ ਵੀ ਹੁਣ ਇਹ ਬੁੱਢੇ ਹੋ ਚੁੱਕੇ ਹਨ ਅਤੇ ਇਹਨਾਂ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ। ਮੇਰੇ ਤੋਂ ਇਹਨਾਂ ਦਾ ਅਲੱਗ ਤੋਂ ਕੰਮ ਨਹੀਂ ਹੋਵੇਗਾ। ਤੁਸੀਂ ਇਹਨਾਂ ਨੂੰ ਬਿਰਧ ਆਸ਼ਰਮ ਛੱਡ ਦਿਓ। ਇਹ ਸੁਣਦੇ ਹੀ ਮੈਂ ਡਰ ਗਿਆ। ਮੈਂ ਬੋਲਿਆ, ਨੂੰ ਹੁਣ ਅੱਗੇ ਤੋਂ ਮੈਂ ਤੈਨੂੰ ਕੁਝ ਨਹੀਂ ਕਹੂੰਗਾ, ਪਰ ਮੈਨੂੰ ਬਿਰਧ ਆਸ਼ਰਮ ਭੇਜਣੇ ਦੀ ਗੱਲ ਨਾ ਕਰਨਾ। ਉਸਦੇ ਬਾਅਦ ਨੂੰ ਮੈਨੂੰ ਜੋ ਖਾਣੇ ਨੂੰ ਦਿੰਦੀ ਮੈਂ ਚੁੱਪਚਾਪ ਖਾ ਲੈਂਦਾ। ਭਲੇ ਮੇਰਾ ਪੇਟ ਸਾਥ ਦੇ ਜਾਂ ਨਾ ਦੇ, ਪਰ ਮੈਂ ਉਸ ਨੂੰ ਕੁਝ ਨਹੀਂ ਕਹਿੰਦਾ। ਇੱਕ ਦਿਨ ਰਾਜੀਵ ਜਦ ਮੈਨੂੰ ਜੇਬ ਖਰਚੀ ਦੇ ਪੈਸੇ ਦੇ ਰਿਹਾ ਸੀ ਤਾਂ ਰੋਮਾ ਨੇ ਰਾਜੀਵ ਦੇ ਹੱਥ ਤੋਂ ਪੈਸੇ ਖਿੱਚ ਲਏ ਅਤੇ ਬੋਲੀ, ਕਿਆ ਜ਼ਰੂਰਤ ਹੈ ਰਾਜੀਵ ਇਹਨਾਂ ਨੂੰ ਪੈਸੇ ਦੇਣੇ ਦੀ? ਪੂਰਾ ਦਿਨ ਘਰ ਵਿੱਚ ਪਏ ਰਹਿੰਦੇ ਹਨ, ਟੀਵੀ ਅਤੇ ਬਿਜਲੀ ਦਾ ਬਿੱਲ ਵਧਾਉਂਦੇ ਹਨ। ਉਹ ਅਲੱਗ ਖਾਣੇ ਨੂੰ ਵੀ ਸਭ ਕੁਝ ਮਿਲ ਜਾਂਦਾ ਹੈ ਤਾਂ ਇਹਨਾਂ ਨੂੰ ਜੇਬ ਖਰਚਾ ਕਿਸ ਗੱਲ ਦਾ ਦਿੱਤਾ ਜਾ ਰਿਹਾ ਹੈ? ਮੈਂ ਬੋਲਿਆ, ਬੇਟਾ ਕਦੀ ਨੀਚੇ ਦੋਸਤਾਂ ਦੇ ਨਾਲ ਟਹਿਲਣੇ ਜਾਂਦਾ ਹਾਂ ਤਾਂ ਕਦੀ ਕੋਈ ਦੋਸਤ ਕਹਿੰਦਾ ਹੈ ਕਿ ਰਿਕਸ਼ੇ ਵਿੱਚ ਮੰਦਿਰ ਚਲੇ ਜਾਂਦੇ ਹਾਂ। ਹੁਣ ਇਸ ਉਮਰ ਵਿੱਚ ਇੰਨਾ ਤੁਰਨਾ ਹੋ ਨਹੀਂ ਪਾਉਂਦਾ ਹੈ ਕਿ ਮੰਦਿਰ ਤੁਰ ਕੇ ਜਾ ਪਾਈਏ। ਜਦ ਜੇਬ ਵਿੱਚ 2 ਪੈਸੇ ਚਾਹੀਦੇ ਹੁੰਦੇ ਹਨ ਤਾਂ ਰਿਕਸ਼ਾ ਫੜ ਸਕਦੇ ਹਾਂ, ਨਹੀਂ ਤਾਂ ਦੋਸਤਾਂ ਦੇ ਸਾਹਮਣੇ ਸ਼ਰਮ ਮਹਿਸੂਸ ਹੁੰਦੀ ਹੈ। ਰੋਮਾ ਬੋਲੀ, ਪਾਪਾ ਜੀ ਕੋਈ ਜ਼ਰੂਰਤ ਨਹੀਂ ਦੂਰ ਮੰਦਿਰ ਜਾਣੇ ਦੀ। ਸਾਡੇ ਕੋਲ ਵਾਲੇ ਮੰਦਿਰ ਹੀ ਜਾਇਆ ਕਰੋ ਤਾਂ ਕਿ ਰਿਕਸ਼ੇ ਦੇ ਪੈਸੇ ਬਚ ਪਾਉਣ। ਰਾਜੀਵ ਬੋਲਿਆ, ਪਾਪਾ ਰੋਮਾ ਸਹੀ ਕਹਿ ਰਹੀ ਹੈ। ਬਸ ਉਸ ਦਿਨ ਤੋਂ ਮੈਨੂੰ ਜੇਬ ਖਰਚਾ ਮਿਲਣਾ ਵੀ ਬੰਦ ਹੋ ਗਿਆ। ਮੈਂ ਤਾਂ ਚੁੱਪਚਾਪ ਜ਼ਿੰਦਗੀ ਦਾ ਗੁਜ਼ਰ ਬਸਰ ਕਰ ਰਿਹਾ ਸੀ
ਅਤੇ ਨਾਲ ਹੀ ਭਗਵਾਨ ਨੂੰ ਪ੍ਰਾਰਥਨਾ ਵੀ ਕਰ ਰਿਹਾ ਸੀ, ਹੇ ਭਗਵਾਨ, ਹੁਣ ਮੈਨੂੰ ਵੀ ਜਲਦੀ ਚੁੱਕ ਲੈ। ਸ਼ਾਰਦਾ ਨਾ ਜਾਣੇ ਮੇਰੇ ਤੋਂ ਪਹਿਲਾਂ ਕਿਉਂ ਚਲੀ ਗਈ। ਮੈਨੂੰ ਉਸਦਾ ਬਹੁਤ ਸਹਾਰਾ ਸੀ। ਉਸਦੇ ਜਾਣੇ ਦੇ ਬਾਅਦ ਬਹੁਤ ਇਕੱਲਾ ਮਹਿਸੂਸ ਕਰਨ ਲੱਗਾ ਸੀ ਮੈਂ। ਥੋੜ੍ਹੇ ਦਿਨਾਂ ਬਾਅਦ ਰਾਜੀਵ ਅਤੇ ਰੋਮਾ ਘਰ ਵਿੱਚ ਆਏ ਦਿਨ ਆਪਣੇ ਦੋਸਤਾਂ ਨੂੰ ਬੁਲਾ ਕੇ ਪਾਰਟੀਆਂ ਕਰਨ ਲੱਗੇ। ਮੇਰੇ ਕਮਰੇ ਨੂੰ ਉਹ ਲੋਕ ਬਾਹਰ ਤੋਂ ਜਿੰਦਾ ਲਗਾ ਦਿੰਦੇ। ਮੈਂ ਉਸ ਛੋਟੇ ਜਿਹੇ ਕਮਰੇ ਵਿੱਚ ਪਿਆ ਰਹਿੰਦਾ। ਮਗਰ ਇੱਕ ਰੋਜ਼ ਰਾਤ ਨੂੰ ਬਾਹਰ ਪਾਰਟੀ ਚੱਲ ਰਹੀ ਸੀ ਅਤੇ ਮੈਨੂੰ ਕਮਰੇ ਵਿੱਚ ਬੇਚੈਨੀ ਮਹਿਸੂਸ ਹੋਣ ਲੱਗੀ। ਮੇਰਾ ਦਮ ਘੁੱਟਣ ਲੱਗਾ ਤਾਂ ਮੈਂ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਬਹੁਤ ਦੇਰ ਬਾਅਦ ਰਾਜੀਵ ਅਤੇ ਰੋਮਾ ਨੇ ਦਰਵਾਜ਼ਾ ਖੋਲ੍ਹਿਆ ਅਤੇ ਮੈਨੂੰ ਝਿੜਕਣ ਲੱਗੇ, ਅੱਜ ਤੁਹਾਡੀ ਵਜ੍ਹਾ ਨਾਲ ਸਾਨੂੰ ਆਪਣੀ ਪਾਰਟੀ ਜਲਦੀ ਖਤਮ ਕਰਨੀ ਪਈ ਅਤੇ ਸਾਡੇ ਦੋਸਤਾਂ ਨੂੰ ਇਵੇਂ ਹੀ ਵਾਪਿਸ ਭੇਜਣਾ ਪਿਆ। ਰਾਜੀਵ ਭੜਕ ਕੇ ਬੋਲਿਆ, ਤੁਸੀਂ ਪੂਰਾ ਮੂਡ ਖਰਾਬ ਕਰ ਦਿੱਤਾ ਅੱਜ। ਦੋਵਾਂ ਨੇ ਮੇਰਾ ਹਾਲ ਚਾਲ ਵੀ ਨਾ ਪੁੱਛਿਆ। ਮੈਂ ਥੋੜ੍ਹੀ ਦੇਰ ਤੱਕ ਹਾਫਦਾ ਰਿਹਾ, ਪਰ ਦੋਵੇਂ ਮੈਨੂੰ ਅਣਦੇਖਾ ਕਰ ਆਪਣੇ ਕਮਰੇ ਵਿੱਚ ਚਲੇ ਗਏ ਅਤੇ ਅੱਜ ਮੈਨੂੰ ਮੇਰੇ ਭਾਈ ਦੇ ਘਰ ਛੱਡਣ ਦਾ ਝੂਠ ਬੋਲ ਕੇ ਇੱਥੇ ਬਿਰਧ ਆਸ਼ਰਮ ਛੱਡ ਕੇ ਚਲੇ ਗਏ। ਮੈਂ ਬੇਨਤੀ ਕਰਦਾ ਰਿਹਾ, ਪਰ ਦੋਨਾਂ ਨੇ ਮੇਰੀ ਇੱਕ ਨਾ ਸੁਣੀ। ਅਸ਼ੋਕ ਜੀ ਦੀ ਸਾਰੀ ਕਹਾਣੀ ਸੁਣ ਕੇ ਰਾਘਵ ਦੀ ਅੱਖਾਂ ਵੀ ਨਮ ਪੈ ਗਈ। ਰਾਘਵ ਬੋਲਿਆ, ਬਾਬੂ ਜੀ, ਫਿਰ ਕਿਉਂ ਤੁਸੀਂ ਉਹਨਾਂ ਲੋਕਾਂ ਦੇ ਨਾਲ ਵਾਪਿਸ ਘਰ ਜਾਣਾ ਚਾਹੁੰਦੇ ਹੋ? ਉਹ ਲੋਕ ਤਾਂ ਤੁਹਾਡਾ ਧਿਆਨ ਵੀ ਨਹੀਂ ਰੱਖਣਾ ਚਾਹੁੰਦੇ। ਇੱਥੇ ਘੱਟ ਤੋਂ ਘੱਟ ਤੁਹਾਡਾ ਧਿਆਨ ਤਾਂ ਰੱਖਿਆ ਜਾਵੇਗਾ। ਅਸ਼ੋਕ ਜੀ ਬੋਲੇ, ਰਾਘਵ, ਉਸ ਘਰ ਨਾਲ ਯਾਦਾਂ ਜੁੜੀ ਹਨ, ਮੇਰੀ ਅਤੇ ਸ਼ਾਰਦਾ ਦੀ ਯਾਦਾਂ ਦੇ ਸਹਾਰੇ ਮੈਂ ਉਸ ਘਰ ਵਿੱਚ ਕਿਵੇਂ ਵੀ ਗੁਜ਼ਾਰਾ ਕਰ ਲੈਂਦਾ ਅਤੇ ਚਾਹੁੰਦਾ ਸੀ ਕਿ ਮੇਰੇ ਆਖਰੀ ਸਾਹ ਮੇਰੇ ਘਰ ਵਿੱਚ ਪੂਰੇ ਹੋਣ, ਮੇਰੇ ਘਰ ਤੋਂ ਮੇਰੀ ਅਰਥੀ ਨਿਕਲੇ। ਇਸ ਲਈ ਤਾਂ ਪੁੱਤ ਨੂੰ ਦਾ ਇਹ ਵਿਵਹਾਰ ਵੀ ਸਹਿਣ ਕਰ ਰਿਹਾ ਸੀ। ਰਾਘਵ ਬੋਲਿਆ, ਬਾਬੂ ਜੀ, ਤੁਸੀਂ ਚਿੰਤਾ ਨਾ ਕਰੋ, ਤੁਸੀਂ ਇੱਥੇ ਬੈਠੋ, ਮੈਂ ਤੁਹਾਡੇ ਲਈ ਪਾਣੀ ਅਤੇ ਚਾਹ ਲੈ ਕੇ ਆਉਂਦਾ ਹਾਂ। ਅਸ਼ੋਕ ਜੀ ਨੇ ਆਪਣੇ ਹੰਝੂਆਂ ਨੂੰ ਪੂੰਝਿਆ ਅਤੇ ਆਪਣੇ ਬੈਗ ਵਿੱਚ ਤੋਂ ਸ਼ਾਰਦਾ ਜੀ ਦੀ ਫੋਟੋ ਕੱਢ ਕੇ ਦੇਖਣ ਲੱਗੇ। ਰਾਘਵ ਉਹਨੇ ਵਿੱਚ ਅਸ਼ੋਕ ਜੀ ਦੇ ਲਈ ਚਾਹ ਨਾਸ਼ਤਾ ਲੈ ਕੇ ਆ ਗਿਆ। ਅਸ਼ੋਕ ਜੀ ਹੌਲੀ ਹੌਲੀ ਬਿਰਧ ਆਸ਼ਰਮ ਵਿੱਚ ਰਚਣ ਬਸਣ ਲੱਗੇ ਸੀ, ਪਰ ਉਹਨਾਂ ਨੂੰ ਘਰ ਬਹੁਤ ਯਾਦ ਆਉਂਦਾ ਸੀ। ਉਹਨਾਂ ਦੇ ਘਰ ਦੇ ਆਸ-ਪਾਸ ਰਹਿਣੇ ਵਾਲੇ ਸਾਰੇ ਦੋਸਤ ਬਹੁਤ ਯਾਦ ਆਉਂਦੇ ਹਨ। ਸਵੇਰੇ ਸਾਰੇ ਬਜ਼ੁਰਗ ਦੋਸਤ ਇਕੱਠੇ ਸੈਰ ਸਪਾਟੇ ਦੇ ਲਈ ਜਾਂਦੇ ਸੀ ਅਤੇ ਸ਼ਾਮ ਹੁੰਦੇ ਹੀ ਸੁਸਾਇਟੀ ਦੇ ਬੈਂਚ ਪਰ ਬੈਠ ਕੇ ਗੱਲਾਂ ਮਾਰਦੇ ਸੀ। ਘਰ ਵਿੱਚ ਪੁੱਤ ਨੂੰ ਦਾ ਵਿਵਹਾਰ ਬਹੁਤ ਚੁਭਦਾ ਸੀ, ਪਰ ਘੱਟ ਤੋਂ ਘੱਟ ਉਸ ਘਰ ਵਿੱਚ ਸ਼ਾਰਦਾ ਦੀ ਯਾਦਾਂ ਤਾਂ ਬਸੀ ਹੋਈ ਸੀ। ਇਕੱਲੇਪਨ ਵਿੱਚ ਉਹਨਾਂ ਯਾਦਾਂ ਦੇ ਸਹਾਰੇ ਹੀ ਜ਼ਿੰਦਗੀ ਕੱਟ ਜਾਂਦੀ ਸੀ। ਇੱਕ ਦਿਨ ਅਸ਼ੋਕ ਜੀ ਬਿਰਧ ਆਸ਼ਰਮ ਵਿੱਚ ਕੁਝ ਪੇੜ ਲਗਾ ਰਹੇ ਸੀ ਕਿ ਉਹਨਾਂ ਨੂੰ ਅਸ਼ੋਕ ਜੀ ਦੇ ਦੋਸਤ ਸ਼ਰਮਾ ਜੀ ਦੀ ਬੇਟੀ ਸੀਮਾ ਨੇ ਦੇਖਿਆ ਅਤੇ ਬੋਲੀ, ਅੰਕਲ ਜੀ, ਤੁਸੀਂ ਇੱਥੇ ਕਿਵੇਂ? ਸੀਮਾ ਨੂੰ ਦੇਖਦੇ ਹੀ ਅਸ਼ੋਕ ਜੀ ਭਾਵ ਵਿਭੋਰ ਹੋ ਉੱਠੇ ਅਤੇ ਉਹਨਾਂ ਨੇ ਸਾਰੀ ਘਟਨਾ ਸੀਮਾ ਨੂੰ ਦੱਸੀ। ਸੀਮਾ ਪੇਸ਼ੇ ਤੋਂ ਵਕੀਲ ਸੀ। ਦੂਜੇ ਦਿਨ ਹੀ ਰਾਜੀਵ ਦੇ ਘਰ ਨੋਟਿਸ ਪਹੁੰਚ ਗਿਆ। ਨੋਟਿਸ ਦੇਖ ਕੇ ਰਾਜੀਵ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਰਾਜੀਵ ਬੋਲਿਆ, ਘਰ ਖਾਲੀ ਕਰਨੇ ਦਾ ਨੋਟਿਸ ਆਇਆ ਹੈ। ਰੋਮਾ ਗੁੱਸੇ ਨਾਲ ਬੋਲੀ, ਰਾਜੀਵ, ਤੁਸੀਂ ਵੀ ਬੇਵਕੂਫ ਹੀ ਰਹੋਗੇ। ਪਾਪਾ ਜੀ ਨੂੰ ਬਿਰਧ ਆਸ਼ਰਮ ਛੱਡਣ ਤੋਂ ਪਹਿਲਾਂ ਇਹ ਤਾਂ ਦੇਖ ਲੈਂਦੇ ਕਿ ਘਰ ਦਾ ਲੋਨ ਉਹਨਾਂ ਨੇ ਪੂਰਾ ਭਰ ਦਿੱਤਾ ਹੈ ਜਾਂ ਨਹੀਂ। ਹੁਣ ਅਸੀਂ ਕਿਆ ਕਰਾਂਗੇ, ਕਿੱਥੇ ਜਾਵਾਂਗੇ? ਰਾਜੀਵ ਬੋਲਿਆ, ਘਰ ਦਾ ਲੋਨ ਤਾਂ ਪੂਰਾ ਭਰਿਆ ਜਾ ਚੁੱਕਿਆ ਹੈ। ਰੋਮਾ, ਫਿਰ ਪਤਾ ਨਹੀਂ ਇਹ ਘਰ ਖਾਲੀ ਕਰਨੇ ਦਾ ਨੋਟਿਸ
ਕਿਉਂ ਆਇਆ ਹੈ? ਹੁਣੇ ਦੇ ਹੁਣੇ ਇਸ ਵਕੀਲ ਦੇ ਕੋਲ ਚੱਲਦੇ ਹਾਂ ਜਿਸ ਨੇ ਸਾਨੂੰ ਇਹ ਨੋਟਿਸ ਭੇਜਿਆ ਹੈ। ਰਾਜੀਵ ਅਤੇ ਰੋਮਾ ਸੀਮਾ ਦੇ ਕੋਲ ਪਹੁੰਚ ਕੇ ਬੋਲੇ, ਘਰ ਖਾਲੀ ਕਰਨੇ ਦਾ ਨੋਟਿਸ ਕਿਉਂ ਆਇਆ ਹੈ? ਅਸੀਂ ਇਸ ਘਰ ਦੇ ਮਾਲਿਕ ਹਾਂ। ਸੀਮਾ ਨੇ ਅੰਦਰ ਤੋਂ ਅਸ਼ੋਕ ਜੀ ਨੂੰ ਬੁਲਾਇਆ ਅਤੇ ਬੋਲੀ, ਜੇਕਰ ਤੁਸੀਂ ਦੋਵੇਂ ਇਸ ਘਰ ਦੇ ਮਾਲਿਕ ਹੋ ਤਾਂ ਇਹ ਕੌਣ ਹਨ? ਅਸ਼ੋਕ ਜੀ ਨੂੰ ਦੇਖ ਕੇ ਪੁੱਤ ਨੂੰ ਹੱਕੇ ਬੱਕੇ ਰਹਿ ਗਏ ਅਤੇ ਰਾਜੀਵ ਬੋਲਿਆ, ਪਾਪਾ ਤੁਸੀਂ ਦੱਸੋ ਇਹਨਾਂ ਨੂੰ ਕਿ ਅਸਲੀ ਹੱਕਦਾਰ ਤਾਂ ਮੈਂ ਹੀ ਹਾਂ ਇਸ ਪ੍ਰਾਪਰਟੀ ਦਾ। ਆਖਿਰ ਉਸ ਘਰ ਪਰ ਮੇਰਾ ਵੀ ਤਾਂ ਓਨਾ ਹੀ ਹੱਕ ਹੈ ਜਿੰਨਾ ਤੁਹਾਡਾ। ਅਸ਼ੋਕ ਜੀ ਬੋਲੇ, ਤੂੰ ਅਸਲੀ ਹੱਕਦਾਰ ਕਦ ਤੋਂ ਹੋ ਗਿਆ? ਉਸ ਦਿਨ ਕਿਆ ਕਹਿ ਰਿਹਾ ਸੀ ਤੂੰ ਕਿ ਮੈਂ ਤੇਰੇ ਲਈ ਆਖਿਰ ਕੀਤਾ ਹੀ ਕਿਆ ਹੈ? ਤੈਨੂੰ ਪੜ੍ਹਾਇਆ ਲਿਖਾਇਆ ਇਸ ਕਾਬਿਲ ਬਣਾਇਆ ਕਿ ਤੂੰ ਅੱਜ ਆਪਣੇ ਪੈਰਾਂ ਪਰ ਖੜਾ ਹੈ ਅਤੇ ਤੈਨੂੰ ਹਮੇਸ਼ਾ ਆਪਣੀ ਬੇਟੀ ਮੰਨਿਆ। ਪਰ ਤੁਸੀਂ ਦੋਵਾਂ ਨੇ ਮੇਰੇ ਨਾਲ ਕਿਆ ਕੀਤਾ? ਮੈਨੂੰ ਜਦ ਇਸ ਉਮਰ ਵਿੱਚ ਜਦ ਤੁਹਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ, ਤੁਸੀਂ ਲੋਕਾਂ ਨੇ ਮੈਨੂੰ ਬਿਰਧ ਆਸ਼ਰਮ ਪਹੁੰਚਾ ਦਿੱਤਾ। ਸੀਮਾ ਬੋਲੀ, ਕਾਨੂੰਨ ਦੇ ਅਨੁਸਾਰ ਜੇਕਰ ਬੱਚੇ ਆਪਣੇ ਮਾਤਾ ਪਿਤਾ ਨੂੰ ਕੱਢ ਦੇਣ ਤਾਂ ਉਹਨਾਂ ਦੀ ਪ੍ਰਾਪਰਟੀ ਪਰ ਵੀ ਬੱਚਿਆਂ ਦਾ ਕੋਈ ਹੱਕ ਨਹੀਂ ਹੁੰਦਾ। ਰਾਜੀਵ ਅਤੇ ਰੋਮਾ ਦੋਵੇਂ ਅਸ਼ੋਕ ਜੀ ਤੋਂ ਮਾਫ਼ੀ ਮੰਗਣ ਲੱਗੇ ਅਤੇ ਰਾਜੀਵ ਬੋਲਿਆ, ਪਾਪਾ ਜੀ ਤੁਸੀਂ ਚਲੋ, ਸਾਡੇ ਨਾਲ ਹੀ ਰਹੋ, ਪਰ ਸਾਨੂੰ ਘਰ ਤੋਂ ਨਾ ਕੱਢੋ। ਰੋਮਾ ਬੋਲੀ, ਪਾਪਾ ਜੀ ਤੁਸੀਂ ਤਾਂ ਮੈਨੂੰ ਆਪਣੀ ਬੇਟੀ ਸਮਝਦੇ ਸੀ ਨਾ, ਤੁਸੀਂ ਸਾਡੇ ਨਾਲ ਐਸਾ ਕਿਵੇਂ ਕਰ ਸਕਦੇ ਹੋ? ਸੀਮਾ ਬੋਲੀ, ਤੁਸੀਂ ਦੋਵੇਂ ਆਪਣਾ ਇਹ ਨਾਟਕ ਬੰਦ ਕਰੋ। ਜੋ ਬੱਚੇ ਆਪਣੇ ਬੁੱਢੇ ਮਾਤਾ ਪਿਤਾ ਨੂੰ ਇਵੇਂ ਘਰ ਤੋਂ ਕੱਢ ਦੇਣ, ਐਸੇ ਬੱਚਿਆਂ ਨੂੰ ਕਦੀ ਮਾਫ਼ ਨਹੀਂ ਕੀਤਾ ਜਾ ਸਕਦਾ। ਅਸ਼ੋਕ ਜੀ ਨੂੰ ਸੀਮਾ ਨੇ ਹੌਸਲਾ ਦਿੱਤਾ ਸੀ, ਜਿਸ ਨਾਲ ਅਸ਼ੋਕ ਜੀ ਵਿੱਚ ਵਾਪਿਸ ਆਤਮ ਸਨਮਾਨ ਮੁੜ ਆਇਆ ਸੀ ਅਤੇ ਉਹ ਬੋਲੇ, ਤੁਸੀਂ ਦੋਵੇਂ ਮੈਨੂੰ ਕਿਆ ਰੱਖੋਗੇ? ਮੈਂ ਹੀ ਤੁਸੀਂ ਦੋਵਾਂ ਨੂੰ ਆਪਣੇ ਨਾਲ ਨਹੀਂ ਰੱਖੂੰਗਾ। ਮੈਂ ਤੁਸੀਂ ਦੋਵਾਂ ਨੂੰ ਮੇਰੀ ਪ੍ਰਾਪਰਟੀ ਤੋਂ ਬੇਦਖਲ ਕਰਦਾ ਹਾਂ। ਅੱਜ ਬਹੁਤ ਦਿਨਾਂ ਬਾਅਦ ਅਸ਼ੋਕ ਜੀ ਦਾ ਗੁਆਚਿਆ ਹੋਇਆ ਆਤਮ ਸਨਮਾਨ ਵਾਪਿਸ ਮੁੜ ਆਇਆ ਸੀ। ਕਹਾਣੀ ਕਿਵੇਂ ਲੱਗੀ ਜੀ? ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।